ਪੰਜਾਬੀ ਟ੍ਰਿਬਿਊਨ ਦੇ ਖਾਸ ਪ੍ਰੋਗਰਾਮ ਵੇਲੇ ਦੀ ਗੱਲ 'ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਮੈਂ ਹਾਂ ਜਸਵੀਰ ਸਮਰ। ਅੱਜ ਅਸੀਂ ਜਿਸ ਸ਼ਖਸੀਅਤ ਬਾਰੇ ਗੱਲ ਕਰਨੀ ਹੈ ਉਹਨਾਂ ਦਾ ਨਾਂ ਹੈ ਡਾਕਟਰ ਹਰਭਜਨ ਸਿੰਘ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਬੜਾ ਵੱਡਾ ਮੁਕਾਮ ਆ। ਇਹ ਉਹਨਾਂ ਦਾ ਜਨਮ ਸ਼ਤਾਬਦੀ ਵਰ੍ਹਾ ਚੱਲ ਰਿਹਾ। 18 ਅਗਸਤ 1920 ਨੂੰ ਉਹਨਾਂ ਦਾ ਜਨਮ ਹੋਇਆ ਸੀਗਾ ਅਸਾਮ ਦੇ ਲਿਮਡੰਗ ਵਿੱਚ। ਅਤੇ ਉਸ ਤੋਂ ਬਾਅਦ ਥੋੜ੍ਹਾ ਚਿਰ ਉੱਥੇ ਕਿਆਮ ਤੋਂ ਬਾਅਦ ਉਹ ਪਹਿਲਾਂ ਆਪਣੇ ਪਿੰਡ ਤਰਨਤਾਰਨ ਨੇੜੇ ਭੁੱਲਰ ਵਿਖੇ ਗਏ ਅਤੇ ਉਸ ਤੋਂ ਬਾਅਦ ਲਾਹੌਰ, ਅਤੇ ਫਿਰ ਉਹਨਾਂ ਨੇ ਤਾਉਮਰ ਆਪਣੀ ਜਿਹੜੀ ਉਹਨਾਂ ਦੀ ਕਰਮ ਭੂਮੀ ਸੀ ਨਵੀਂ ਦਿੱਲੀ ਵਿੱਚ ਬਿਤਾਈ। ਅਸਾਮ ਵਿੱਚ ਉਹਨਾਂ ਦੇ ਪਿਤਾ ਦਾ ਵਾਹਵਾ ਕਾਰੋਬਾਰ ਸੀ, ਪਰ ਛੇਤੀ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਕਰਕੇ ਉਹਨਾਂ ਦੀ ਮਾਂ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਭੁੱਲਰ ਵਿਖੇ ਆਉਣਾ ਪਿਆ। ਉਂਝ ਪਿੰਡ ਭੁੱਲਰ ਵਿਖੇ ਵੀ ਉਹਨਾਂ ਦਾ ਕਿਆਮ ਬਹੁਤੀ ਦੇਰ ਨਾ ਰਿਹਾ, ਕਿਉਂਕਿ ਪਿੰਡ ਅਤੇ ਸ਼ਹਿਰ ਦਾ ਜਿਹੜਾ ਪਾੜਾ ਸੀ ਉਸ ਨੂੰ ਉਹ ਜਜ਼ਬ ਕਰਨ 'ਚ ਬਹੁਤਾ ਕਾਮਯਾਬ ਨਹੀਂ ਹੋਏ। ਇਸ ਤੋਂ ਬਾਅਦ ਉਹਨਾਂ ਨੇ ਲਾਹੌਰ ਡੇਰਾ ਲਾ ਲਿਆ। ਇਹ ਉਹ ਵਕਤ ਸੀ ਲਾਹੌਰ ਦਾ ਜਿਸ ਵੇਲੇ ਲਾਹੌਰ ਮੋੜ ਰਿਹਾ ਸੀ। ਇਹ ਭਾਵੇਂ ਸਾਹਿਤ ਦਾ ਖੇਤਰ ਸੀ, ਭਾਵੇਂ ਕਲਾ ਦਾ ਖੇਤਰ ਸੀ, ਚਾਹੇ ਚਿੱਤਰਕਲਾ ਦਾ ਖੇਤਰ ਸੀ, ਈਵਨ ਸਿਆਸਤ ਵੀ ਉਸ ਵੇਲੇ ਲਾਹੌਰ 'ਚ ਖੂਬ ਫਲ ਫੁੱਲ ਰਹੀ ਸੀ। ਉਸ ਵੇਲੇ ਡਾਕਟਰ ਹਰਭਜਨ ਸਿੰਘ ਆਪਣੀ ਮਾਂ ਨਾਲ ਲਾਹੌਰ ਵਿਖੇ ਆਏ, ਪਰ ਇੱਥੇ ਵੀ ਦੁਸ਼ਵਾਰੀਆਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਛੇਤੀ ਹੀ ਉਹਨਾਂ ਦੀ ਮਦਰ ਦੀ ਵੀ ਡੈਥ ਹੋ ਗਈ, ਅਤੇ ਉਸ ਤੋਂ ਬਾਅਦ ਉਹਨਾਂ ਦੀ ਭੈਣ ਦੀ ਜਦੋਂ ਮੌਤ ਹੋਈ ਤਾਂ ਉਹ ਪੂਰੇ ਪਰਿਵਾਰ ਵਿੱਚ ਇਕੱਲੇ ਰਹਿ ਗਏ। ਇਸ ਤੋਂ ਬਾਅਦ ਉਹ ਆਪਣੀ ਮਾਸੀ ਕੋਲ ਰਹਿਣ ਲੱਗ ਗਏ, ਪਰ ਮਾਸੀ ਦੇ ਘਰ ਦਾ ਵੀ ਜੁਗਾੜ ਕੋਈ ਬਹੁਤਾ ਵਧੀਆ ਨਹੀਂ ਸੀ। ਉਹਨਾਂ ਦੇ ਮਾਸੜ ਦੀ ਡੈਥ ਹੋ ਚੁੱਕੀ ਸੀ ਅਤੇ ਘਰ ਵਿੱਚ ਤੰਗੀ ਦਾ ਮਾਹੌਲ ਸੀ। ਇਹੀ ਉਹ ਮਾਹੌਲ ਸੀ ਜਿਸ ਕਰਕੇ ਹਰਭਜਨ ਸਿੰਘ ਹੋਰਾਂ ਨੂੰ ਇੰਨੀਆਂ ਦੁਸ਼ਵਾਰੀਆਂ 'ਚੋਂ ਲੰਘਣਾ ਪਿਆ। ਅਤੇ ਫਿਰ ਜਦੋਂ ਉਹਨਾਂ ਨੇ ਕਵਿਤਾ ਵਾਲੇ ਖੇਤਰ 'ਚ ਪ੍ਰਵੇਸ਼ ਕੀਤਾ, ਇਹਨਾਂ ਹੀ ਦੁਸ਼ਵਾਰੀਆਂ ਨੂੰ, ਇਹਨਾਂ ਹੀ ਆਪਣੀਆਂ ਪੁਰਾਣੀਆਂ ਭਾਵਨਾਵਾਂ ਨੂੰ ਉਸਨੇ ਕਵਿਤਾ ਵਿੱਚ ਬਹੁਤ ਖੂਬਸੂਰਤ ਢੰਗ ਨਾਲ ਨੇਪਰੇ ਚਾੜ੍ਹਿਆ। ਲਾਹੌਰ ਬਾਰੇ ਬੜਾ ਮਸ਼ਹੂਰ ਕਿਹਾ ਜਾਂਦਾ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਡਾਕਟਰ ਹਰਭਜਨ ਸਿੰਘ ਹੋਰਾਂ ਨੇ ਆਪਣੀ ਸਵੈ ਜੀਵਨੀ ਵਿੱਚ ਵੀ ਇਹਦਾ ਜ਼ਿਕਰ ਕੀਤਾ। ਅਤੇ ਲਾਹੌਰ ਬਾਰੇ ਜਿਹੜੀ ਦੂਜੀ ਗੱਲ ਮਸ਼ਹੂਰ ਆ ਉਹ ਇਹ ਵੀ ਹੈ ਕਿ ਲਾਹੌਰ ਕਦੀ ਸੌਂਦਾ ਨਹੀਂ। ਇੰਨੇ ਜ਼ਿੰਦਾ ਦਿਲ ਲਾਹੌਰ ਵਿੱਚ ਉਸ ਵਕਤ ਡਾਕਟਰ ਹਰਭਜਨ ਸਿੰਘ, ਜਿਨ੍ਹਾਂ ਦਾ ਬਚਪਨ ਅਤੇ ਚੜ੍ਹਦੀ ਬਰੇਸ ਉਦੋਂ ਲੰਘ ਰਹੀ ਸੀ, ਬਿਲਕੁਲ ਇਕੱਲੇ ਸਨ। ਫਿਰ ਵੀ ਉਹਨਾਂ ਨੇ ਲਾਹੌਰ ਨੂੰ ਸੋਹਣਾ ਸ਼ਹਿਰ ਕਿਹਾ ਆਪਣੀ ਸਵੈ ਜੀਵਨੀ ਵਿੱਚ, ਲਾਹੌਰ ਨੂੰ ਖੂਬਸੂਰਤ ਸ਼ਹਿਰ ਕਿਹਾ। ਇਸੇ ਕਰਕੇ ਜਦੋਂ ਉਹ ਰੁਜ਼ਗਾਰ ਲਈ ਦਿੱਲੀ ਵੱਲ ਉਹਨਾਂ ਨੇ ਚਾਲੇ ਪਾਏ ਤਾਂ ਉਹਨਾਂ ਨੂੰ ਲਾਹੌਰ ਛੱਡਣ ਦਾ ਬਹੁਤਾ ਗਮ ਨਹੀਂ ਸੀ, ਸਗੋਂ ਉਹਨਾਂ ਨੂੰ ਦਿੱਲੀ ਆਪਣਾ ਆਪਣਾ ਲੱਗਦਾ ਸੀ। ਇਹ ਉਸੇ ਤਰ੍ਹਾਂ ਦੀ ਗੱਲ ਸੀ ਜਿਸ ਤਰ੍ਹਾਂ ਬੁੱਲ੍ਹੇ ਸ਼ਾਹ ਨੇ ਕਿਹਾ ਸੀ, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਇਸ ਤੋਂ ਬਾਅਦ ਦਿੱਲੀ ਪਹੁੰਚ ਕੇ ਦਿੱਲੀ ਹੀ ਉਹਨਾਂ ਦੀ ਕਰਮ ਭੂਮੀ ਬਣ ਗਈ। ਉੱਥੇ ਪਹਿਲਾਂ ਉਹਨਾਂ ਨੇ ਨਿੱਕ ਸੁੱਕ ਨੌਕਰੀਆਂ ਕੀਤੀਆਂ ਅਤੇ ਆਖਿਰਕਾਰ ਦਿੱਲੀ ਯੂਨੀਵਰਸਿਟੀ 'ਚ ਪ੍ਰੋਫੈਸਰ ਬਣ ਗਏ। ਭਾਸ਼ਾ ਦਾ ਅਰੂਜ਼ ਉਹਨਾਂ ਦਾ ਬਹੁਤ ਬਿਹਤਰ ਸੀ, ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਸੰਸਕ੍ਰਿਤ ਨਾਲ। ਇਸ ਤੋਂ ਬਾਅਦ ਹੀ ਉਹਨਾਂ ਦੀ ਬੌਧਿਕ ਸਮਰੱਥਾ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋਈ। ਮੰਟੋ ਵਾਂਗ ਪੰਜਾਬੀ 'ਚ ਜਾਨਦਾਰ ਰੇਖਾ ਚਿੱਤਰ ਲਿਖਣ ਲਈ ਮਸ਼ਹੂਰ ਹੋਏ। ਬਲਵੰਤ ਗਾਰਗੀ ਹੋਰਾਂ ਨੇ ਜਦੋਂ ਉਹਨਾਂ ਬਾਰੇ ਰੇਖਾ ਚਿੱਤਰ ਦੁੱਧ ਦੀਆਂ ਛਿੱਟਾਂ ਲਿਖਿਆ ਤਾਂ ਉਹਦੀ ਸ਼ੁਰੂਆਤ ਉਹਨਾਂ ਨੇ ਕੁਝ ਇਸ ਤਰ੍ਹਾਂ ਕੀਤੀ। ਹਰਭਜਨ ਸਿੰਘ ਖੁੱਲ੍ਹੀ ਦਾੜ੍ਹੀ ਵਾਲਾ ਅਜਿਹਾ ਦਿਓ ਹੈ ਜੋ ਨਿੱਕੇ ਮੁੱਟੇ ਸਾਹਿਤਕਾਰਾਂ ਨੂੰ ਤੁਰੰਤ ਹੀ ਭਸਮ ਕਰ ਦਿੰਦਾ ਹੈ। ਇਸ ਤੋਂ ਬਾਅਦ ਜਦੋਂ ਉਹਨਾਂ ਨੇ ਭਰਪੂਰ ਰੂਪ ਵਿੱਚ ਪੰਜਾਬੀ ਸਾਹਿਤ 'ਚ ਦਾਖਲਾ ਲਿਆ ਤਾਂ ਉਹਨਾਂ ਦੀ ਪਹਿਲੀ ਕਿਤਾਬ ਕਵਿਤਾਵਾਂ ਦੀ ਲਾਸਾਂ ਸੀ, ਜਿਹੜੀ 1956 ਵਿੱਚ ਆਈ ਸੀ। ਇਹ ਉਹ ਵਕਤ ਸੀ ਜਦੋਂ ਸੰਸਾਰ ਭਰ ਵਿੱਚ ਅਮਨ ਲਹਿਰ ਚੱਲ ਰਹੀ ਸੀ ਅਤੇ ਪ੍ਰਗਤੀਵਾਦੀਆਂ ਦੀ ਪੂਰੀ ਚੜ੍ਹਤ ਸੀ। ਉਸ ਵੇਲੇ ਪੰਜਾਬੀ ਵਿੱਚ ਮੋਹਨ ਸਿੰਘ ਅਤੇ ਅੰਮ੍ਰਿਤਾ ਕਾਵਿਧਾਰਾ ਦਾ ਪੂਰਾ ਬੋਲਬਾਲਾ ਸੀ। ਲਾਸਾਂ ਵਿੱਚ
ਭਾਵੇਂ ਕਿਰਤੀਆਂ ਦੀ ਗੱਲ ਕੀਤੀ ਗਈ ਸੀ, ਪਰ ਡਾਕਟਰ ਹਰਭਜਨ ਸਿੰਘ ਹੋਰਾਂ ਨੇ ਬਿਲਕੁਲ ਵੱਖਰਾ ਰਾਹ ਚੁਣਿਆ। ਕਵਿਤਾਵਾਂ ਦੀ ਕਿਤਾਬ ਛਪਾਉਣ ਤੋਂ ਪਹਿਲਾਂ ਉਹਨਾਂ ਨੇ ਕਿਤੇ ਕੋਈ ਕਵਿਤਾ ਨਹੀਂ ਸੀ ਛਪਾਈ। ਉਸ ਵਕਤ ਉਹਨਾਂ ਦਾ ਸਵੈ ਵਿਸ਼ਵਾਸ ਇਸ ਕਦਰ ਸੀ ਕਿ ਉਹ ਲਾਸਾਂ ਕਵਿਤਾ ਸੰਗ੍ਰਹਿ ਦੀ ਇੱਕ ਕਿਤਾਬ ਵਿੱਚ ਦਰਜ ਹੈ। ਇਹ ਇੱਕ ਤਾਰਾ ਹੋਰ, ਇਹਦੀ ਜੋਤ ਵਿਲੱਖਣ ਲਿਸ਼ਕਦੀ, ਇਹਦੀ ਝਿਲਮਿਲ ਨਵੀਂ ਨਕੋਰ। ਅਸਲ ਵਿੱਚ ਡਾਕਟਰ ਹਰਭਜਨ ਸਿੰਘ ਹੋਰਾਂ ਦਾ ਲਿਖਣ ਦਾ ਤਰੀਕਾ ਅਤੇ ਕਵਿਤਾ ਸੁਣਾਉਣ ਦਾ ਅੰਦਾਜ਼, ਅਤੇ ਤੀਜੀ ਗੱਲ ਜਿਹੜੀ ਉਹਨਾਂ ਦੀ ਭਾਸ਼ਾ ਦੀ ਅਮੀਰੀ ਸੀ, ਉਸ ਨੇ ਉਹਨਾਂ ਨੂੰ ਛੇਤੀ ਹੀ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਇਸ ਦੇ ਨਾਲ ਨਾਲ ਉਹਨਾਂ ਦੇ ਨਾਲ ਇੱਕ ਸੁਹਜਵਾਦੀ ਸ਼ਬਦ ਵਰਤਿਆ, ਬਲਕਿ ਉਹਨਾਂ ਦੀ ਕਵਿਤਾ ਨਾਲ ਇਹ ਸ਼ਬਦ ਪੱਕੇ ਤੌਰ 'ਤੇ ਜੁੜ ਗਿਆ ਜਿਹੜਾ ਪ੍ਰਗਤੀਵਾਦੀਆਂ ਦੇ ਐਨ ਬਰਾਬਰ ਚੱਲਦਾ ਸੀ। ਡਾਕਟਰ ਹਰਭਜਨ ਸਿੰਘ ਨੇ ਪ੍ਰਗੀਤ ਕਾਵਿ ਨੂੰ ਆਪਣਾ ਬੁਨਿਆਦੀ ਤਾਣ ਬਣਾਇਆ। ਆਪਣੀਆਂ ਭਾਵਨਾਵਾਂ ਨੂੰ ਬਿੰਬਾਂ ਵਿੱਚ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ, ਅਤੇ ਸਭ ਤੋਂ ਵੱਡੀ ਗੱਲ, ਉਹਨਾਂ ਦਾ ਮੂੰਹ ਸਿੱਧਾ ਲੋਕਾਂ ਵੱਲ ਸੀ। ਲੋਕਾਂ ਨਾਲ ਉਹਨਾਂ ਆਪਣੀ ਕਵਿਤਾ ਨਾਲ ਸਿੱਧਾ ਸੰਵਾਦ ਰਚਾਇਆ। ਇਸ ਵਕਤ ਤੱਕ ਭਾਵੇਂ ਪੰਜਾਬੀ ਕਵਿਤਾ ਨੇ ਬਾਬਾ ਬਲਵੰਤ ਦਾ ਬੌਧਿਕ ਰੰਗ ਦੇਖਿਆ ਸੀ, ਪਰ ਹਰਭਜਨ ਸਿੰਘ ਦੀ ਜਿਹੜੀ ਬੌਧਿਕਤਾ ਸੀ ਕਵਿਤਾ ਅੰਦਰ, ਉਹਨੂੰ ਆਧੁਨਿਕਤਾ ਦੀ ਅਤੇ ਸੁਹਜ ਦੀ ਪੂਰੀ ਤਾਣ ਚੜ੍ਹੀ ਹੋਈ ਸੀ। ਆਪਣੀ ਕਵਿਤਾ ਵਿੱਚ ਦਰਜ ਲੈਅ ਨੂੰ ਉਸਨੇ 4 ਸਰੋਤਾਂ ਨਾਲ ਜੋੜਿਆ ਹੈ। ਸਭ ਤੋਂ ਪਹਿਲਾਂ ਤਾਂ ਆਦਿਵਾਸੀ ਸੰਗੀਤ ਦੀ ਗੱਲ ਉਹਨਾਂ ਨੇ ਕੀਤੀ ਹੈ, ਜਿਸ ਵਿੱਚ ਨਾਗਿਆਂ ਦਾ ਗਾਉਣ ਸੀ। ਜਦੋਂ ਉਹ ਬਚਪਨ ਵਿੱਚ ਸਵੇਰੇ ਉੱਠਦੇ ਸਨ ਤਾਂ ਨਾਗਿਆਂ ਦਾ ਝੁੰਡ ਉੱਥੋਂ ਨਿਕਲਦਾ ਸੀ ਅਤੇ ਉਹਨਾਂ ਦੇ ਗਾਉਣ ਨਾਲ ਬਾਲਕ ਹਰਭਜਨ ਸਿੰਘ ਇੱਕਮਿਕ ਹੋ ਜਾਂਦਾ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਸਵੈ ਜੀਵਨੀ ਵਿੱਚ ਬਿਹੂ ਨਾਚ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਉਹਨਾਂ ਦੀ ਕਵਿਤਾ ਨੇ ਲੈਅ ਫੜੀ। ਅਤੇ ਤੀਜੇ ਨੰਬਰ 'ਤੇ ਉਹਨਾਂ ਨੇ ਗੁਰਬਾਣੀ ਅਤੇ ਗੁਰਦੁਆਰੇ ਦਾ ਜ਼ਿਕਰ ਕੀਤਾ ਹੈ, ਜਿਸ ਕਰਕੇ ਉਹਨਾਂ ਦੀ ਕਵਿਤਾ ਵਿੱਚ ਲੈਅ ਦੀਆਂ ਛੱਲਾਂ ਸੁਣਾਈ ਦਿੰਦੀਆਂ ਹਨ। ਅਤੇ ਸਭ ਤੋਂ ਉੱਪਰ ਮਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀ ਲੈਅ ਸੀ, ਉਹਨਾਂ ਤੋਂ ਉਹ ਬਹੁਤ ਪ੍ਰਭਾਵਿਤ ਸਨ। ਇਹਨਾਂ ਸਾਰੀਆਂ ਗੱਲਾਂ ਨੇ ਪੰਜਾਬੀ ਕਵਿਤਾ ਵਿੱਚ ਜਿਹੜੀ ਅਮੀਰੀ ਲਿਆਂਦੀ, ਉਹਦਾ ਇੱਕ ਵਿਲੱਖਣ ਰੰਗ ਸਾਡੇ ਸਾਰਿਆਂ ਦੇ ਸਾਹਮਣੇ ਆਇਆ। ਇਹੀ ਨਹੀਂ, ਉਹਨਾਂ ਦੀ ਹਰ ਕਿਤਾਬ ਦਾ ਰੰਗ ਵੀ ਵਿਲੱਖਣ ਸੀ। ਜਿਸ ਤਰ੍ਹਾਂ ਲਾਸਾਂ ਕਿਤਾਬ ਵਿੱਚ ਕਿਰਤੀ ਦੀ ਗੱਲ ਕੀਤੀ ਗਈ ਹੈ, ਉਸੇ ਤਰ੍ਹਾਂ ਤਾਰ ਤੁਪਕਾ ਦਾ ਜਿਹੜਾ ਨਾਇਕ ਹੈ ਉਹ ਵਿਗਿਆਨੀ ਹੈ। ਅਧਰੈਣੀ ਵਿੱਚ ਸੰਵੇਦਨਸ਼ੀਲ ਪ੍ਰੇਮੀ ਦੀ ਗੱਲ ਕੀਤੀ ਗਈ ਹੈ। ਨਾ ਧੁੱਪੇ ਨਾ ਛਾਵੇਂ ਵਿੱਚ ਮੱਧਵਰਗੀ ਦਾਰਸ਼ਨਿਕ ਦੀ ਗੱਲ ਤੁਰਦੀ ਹੈ। ਇਸ ਤੋਂ ਬਾਅਦ ਜਦੋਂ ਉਹਨਾਂ ਦੀ ਕਿਤਾਬ ਸੜਕ ਦੇ ਸਫ਼ੇ ਉੱਤੇ ਆਉਂਦੀ ਹੈ ਤਾਂ ਆਧੁਨਿਕ ਯਾਤਰੀ ਦੀ ਗੱਲ ਤੁਰ ਪੈਂਦੀ ਹੈ। ਮੱਥਾ ਦੀਵੇ ਵਾਲਾ ਪੈਗੰਬਰ ਦਾ ਰੂਪ ਧਾਰ ਲੈਂਦਾ ਹੈ ਅਤੇ ਉਹਨਾਂ ਦੀ ਆਖਰੀ ਦੌਰ ਵਿੱਚ ਆਈ ਅਹਿਮ ਕਿਤਾਬ ਰੁੱਖ ਅਤੇ ਰਿਸ਼ੀ ਵਿੱਚ ਰਿਸ਼ੀ ਦੀ ਗੱਲ ਤੁਰਦੀ ਹੈ। ਇਉਂ ਅਸੀਂ ਦੇਖ ਸਕਦੇ ਹਾਂ ਕਿ ਸਾਲ ਦਰ ਸਾਲ, ਪੜਾਅ ਦਰ ਪੜਾਅ ਉਹਨਾਂ ਦੀ ਕਵਿਤਾ ਬੁਲੰਦ ਹੁੰਦੀ ਗਈ। ਕਵਿਤਾ ਤੋਂ ਇਲਾਵਾ ਉਹਨਾਂ ਨੇ ਜਿਹੜੇ 3 ਹੋਰ ਖੇਤਰਾਂ ਵਿੱਚ ਅਹਿਮ ਸਥਾਨ ਹਾਸਲ ਕੀਤਾ, ਉਹਨਾਂ ਵਿੱਚ ਅਨੁਵਾਦ, ਆਲੋਚਨਾ ਦਾ ਖੇਤਰ ਅਤੇ ਅਧਿਆਪਨ ਅਹਿਮ ਹਨ। ਅਨੁਵਾਦ 1963 ਵਿੱਚ ਜਦੋਂ ਉਹਨਾਂ ਨੇ ਦੇਵਰਾਜ ਚਾਨਣਾ ਹੋਰਾਂ ਨਾਲ ਰਲ ਕੇ ਰਿਗਬਾਣੀ ਦਾ ਅਨੁਵਾਦ ਕੀਤਾ ਤਾਂ ਇਸ ਦੀ ਚਾਰੇ ਪਾਸੇ ਚਰਚਾ ਹੋਈ। 1980 ਵਿੱਚ ਜਦੋਂ ਲੈਨਨ ਬਾਰੇ ਕਿਤਾਬ ਨੈਣ ਨਕਸ਼ਾਈ ਤਾਂ ਉਸ ਬਾਰੇ ਤਾਂ ਹੋਰ ਵੀ ਵਧੇਰੇ ਚਰਚਾ ਹੋਈ। ਇਸ ਤੋਂ ਇਲਾਵਾ ਉਹਨਾਂ ਨੇ ਡਾਨ ਵਹਿੰਦਾ ਰਿਹਾ, ਜਿਹੜਾ ਸ਼ੋਲੋਖੋਵ ਦਾ ਬੜਾ ਮਸ਼ਹੂਰ ਨਾਵਲ ਹੈ, ਉਹਦਾ ਅਨੁਵਾਦ ਕੀਤਾ। ਪਲੈਖਾਨੋਵ ਦੀਆਂ ਚਿੱਠੀਆਂ ਬਿਨ ਸਰਨਾਮਿਓਂ, ਖਲੀਲ ਜਿਬਰਾਨ ਦੀ ਰਚਨਾ ਪੈਗੰਬਰ ਅਤੇ ਅਰਸਤੂ ਦਾ ਕਾਵਿ ਸ਼ਾਸਤਰ, ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਰਚਨਾਵਾਂ ਦਾ ਅਨੁਵਾਦ ਉਹਨਾਂ ਨੇ ਕੀਤਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਸੁਚੇਤ ਰੂਪ ਵਿੱਚ ਮਨਸੂਬਾਬੰਦੀ ਵੀ ਕਰਦੇ ਸਨ। ਇਸ ਮਾਮਲੇ ਵਿੱਚ ਲੈਨਨ ਬਾਰੇ ਜਿਹੜੀ ਕਿਤਾਬ ਉਹਨਾਂ ਨੇ ਤਿਆਰ ਕੀਤੀ, ਉਹਦਾ ਜ਼ਿਕਰ ਕਰਨਾ ਕੋਈ ਕੁਥਾਂ ਨਹੀਂ ਹੋਵੇਗਾ।
ਪ੍ਰਗਤੀਸ਼ੀਲ ਸਾਹਿਤਕਾਰਾਂ ਤੋਂ ਉਹਨਾਂ ਦਾ ਰਾਹ ਬਿਲਕੁਲ ਵੱਖਰਾ ਸੀ, ਬਲਕਿ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਲਾਲ ਟਾਕੀ ਨੂੰ ਮੈਂ ਸੂਰਜ ਨਹੀਂ ਕਹਿੰਦਾ। ਪਰ ਜਦੋਂ ਉਹਨਾਂ ਨੇ ਲਾਲ ਟਾਕੀ ਵਾਲਿਆਂ ਦੇ ਰਹਿਬਰ ਲੈਨਨ ਬਾਰੇ ਲਿਖਿਆ ਤੇ ਜਿਹੜੀ ਕਿਤਾਬ ਤਿਆਰ ਕੀਤੀ ਉਹ ਬੇਮਿਸਾਲ ਹੋ ਨਿਬੜੀ। ਦੁਨੀਆ ਦੇ 100 ਤੋਂ ਵੱਧ ਲੇਖਕਾਂ ਕਲਾਕਾਰਾਂ ਦੀਆਂ ਲਿਖਤਾਂ ਉਹਨਾਂ ਨੇ ਅਨੁਵਾਦ ਕੀਤੀਆਂ। ਇਹ ਕਿਤਾਬ 400 ਸਫ਼ਿਆਂ ਵਿੱਚ ਫੈਲੀ ਹੋਈ ਹੈ ਤੇ ਮੈਨੂੰ ਜਾਪਦਾ ਹੈ ਕਿ ਪੰਜਾਬੀ ਵਿੱਚ ਲੈਨਨ ਬਾਰੇ ਇਹ ਸਭ ਤੋਂ ਨਿਆਰੀ ਤੇ ਪਿਆਰੀ ਕਿਤਾਬ ਹੈ। ਅਸਲ ਵਿੱਚ ਉਹ ਅਨੁਵਾਦ ਨੂੰ ਵੀ ਸਿਰਜਣਾ ਦਾ ਹੀ ਇੱਕ ਰੂਪ ਸਮਝਦੇ ਸਨ। ਇਸੇ ਤਰ੍ਹਾਂ ਦਾ ਅਰੂਜ ਉਹਨਾਂ ਨੇ ਆਲੋਚਨਾ ਵਿੱਚ ਵੀ ਹਾਸਲ ਕੀਤਾ। ਜਿਵੇਂ ਪੰਜਾਬੀ ਵਿੱਚ ਉਹਨਾਂ ਨੇ ਸੁਹਜਵਾਦ ਦੀ ਗੱਲ ਤੋਰੀ, ਇਸੇ ਤਰ੍ਹਾਂ ਆਲੋਚਨਾ ਦੇ ਪਿੜ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਝੰਡਾ ਬੁਲੰਦ ਕੀਤਾ। ਕਈ ਆਲੋਚਕਾਂ ਨੇ ਉਹਨਾਂ ਬਾਰੇ ਇਹ ਤੁਣਕਾ ਵੀ ਮਾਰਿਆ ਕਿ ਉਹ ਪੱਛਮੀ ਧਾਰਾ ਨਾਲ ਜੁੜੀਆਂ ਕਿਤਾਬਾਂ ਪੜ੍ਹ ਕੇ ਲਿਖ ਰਹੇ ਹਨ, ਪਰ ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹਨਾਂ ਨੇ ਪੱਛਮ ਦੇ ਚਿੰਤਨ ਨੂੰ ਆਪਣੇ ਅੰਦਰ ਜਜ਼ਬ ਕਰਕੇ ਪੰਜਾਬੀ ਮੁਹਾਵਰੇ ਵਿੱਚ ਪੇਸ਼ ਕੀਤਾ। ਇਹ ਵੀ ਉਸੇ ਤਰ੍ਹਾਂ ਦੀ ਗੱਲ ਸੀ ਕਿ ਜਿਸ ਤਰ੍ਹਾਂ ਉਹ ਅਨੁਵਾਦ ਨੂੰ ਨਵੀਂ ਸਿਰਜਣਾ ਮੰਨਦੇ ਸਨ ਤੇ ਆਲੋਚਨਾ ਨੂੰ ਵੀ ਉਹ ਨਵੀਂ ਸਿਰਜਣਾ ਦੇ ਹਿਸਾਬ ਨਾਲ ਹੀ ਤਿਆਰ ਕਰਦੇ ਸਨ। ਅਸਲ ਵਿੱਚ ਅਨੁਵਾਦ ਅਤੇ ਆਲੋਚਨਾ ਦੇ ਖੇਤਰ ਵਿੱਚ ਜਿਹੜਾ ਉਹਨਾਂ ਨੇ ਐਡਾ ਵੱਡਾ ਮੁਕਾਮ ਹਾਸਲ ਕੀਤਾ, ਉਸ ਦਾ ਅਸਲ ਕਾਰਨ ਉਹਨਾਂ ਦਾ ਸੁਹਜਵਾਦੀ ਕਵੀ ਹੋਣਾ ਹੀ ਸੀ। ਭਾਸ਼ਾ ਦੀ ਅਮੀਰੀ ਉਹਨਾਂ ਨੂੰ ਕਿਤੇ ਦੀ ਕਿਤੇ ਲੈ ਗਈ। ਭਾਸ਼ਾ ਤੇ ਉਹਨਾਂ ਦੇ ਅਰੂਜ ਬਾਰੇ ਇੱਕ ਗੱਲ ਬੜੀ ਪ੍ਰਚਲਿਤ ਆ। 1980 ਵਾਲੀ ਵਿਸ਼ਵ ਕਾਨਫਰੰਸ ਦੌਰਾਨ ਉਹਨਾਂ ਨੇ ਸੂਫੀ ਧਾਰਾ ਬਾਰੇ ਪਰਚਾ ਪੜ੍ਹਿਆ ਸੀ ਤੇ ਇਸ ਵਿੱਚ ਉਹਨਾਂ ਨੇ ਅਰਬੀ ਫਾਰਸੀ ਦੇ ਅਲਫਾਜ਼ ਇਸ ਤਰ੍ਹਾਂ ਵਰਤੇ ਕਿ ਲਹਿੰਦੇ ਪੰਜਾਬ ਦੇ ਜਿੰਨੇ ਵੀ ਸਾਹਿਤਕਾਰ ਉੱਥੇ ਪੁੱਜੇ ਹੋਏ ਸੀ ਆਸ਼ਾ-ਸ਼ਿਕਾਰ ਉੱਠੇ, ਚੜ੍ਹਦੇ ਪੰਜਾਬ ਵਾਲਿਆਂ ਨੇ ਤਾਂ ਖੁਸ਼ ਹੋਣਾ ਹੀ ਸੀ। ਆਖਰੀ ਗੱਲ, ਪੰਜਾਬੀ ਸਾਹਿਤ ਵਿੱਚ ਨਾਵਰੀ ਤੇ ਲੋਕ ਪੱਖ ਬਾਰੇ ਹਮੇਸ਼ਾ ਗੱਲ ਚੱਲਦੀ ਰਹੀ ਹੈ। ਇਸ ਦੇ ਨਾਲ ਨਾਲ ਸਥਾਪਤੀ ਦੇ ਰੰਗ ਬਾਰੇ ਵੀ ਅਕਸਰ ਚਰਚਾ ਚੱਲਦੀ ਹੈ। ਡਾਕਟਰ ਹਰਭਜਨ ਸਿੰਘ ਹੋਰਾਂ ਦੇ ਪ੍ਰਸੰਗ ਵਿੱਚ ਬਗੈਰ ਕਿਸੇ ਟਿੱਪਣੀ ਤੋਂ ਉਹਨਾਂ ਦੀਆਂ 2 ਕਵਿਤਾਵਾਂ ਦੀਆਂ ਕੁਝ ਸਤਰਾਂ ਸਾਂਝੀਆਂ ਕਰਦੇ ਹਾਂ। 1971 ਵਿੱਚ ਜਦੋਂ ਬੰਗਲਾਦੇਸ਼ ਬਣਿਆ ਤਾਂ ਉਹਨਾਂ ਨੇ ਲਿਖਿਆ ਸੀ, ਪਦਮਾ ਰਤਾ ਕੁਨੀਵੀਂ ਹੋ ਜਾ। ਪਦਮਾ ਬੰਗਲਾਦੇਸ਼ ਦੀ ਪ੍ਰਸਿੱਧ ਨਦੀ ਹੈ, ਉਹਦੇ ਬਾਰੇ ਉਹਨਾਂ ਨੇ ਲਿਖਿਆ ਸੀ। ਜਦੋਂ ਸਾਡੀਆਂ ਫੌਜਾਂ ਉੱਧਰ ਜਾ ਰਹੀਆਂ ਸੀ, ਉਹਨਾਂ ਲਿਖਿਆ ਸੀ, ਪਦਮਾ ਰਤਾ ਨੀਵੀਂ ਹੋ ਜਾ, ਅਸਾਂ ਪਰਲੇ ਕੰਢੇ ਜਾਣਾ। ਤੇ ਫਿਰ ਉਹਨਾਂ ਹੀ ਫੌਜਾਂ ਨੇ ਜਦੋਂ ਪੰਜਾਬ ਵੱਲ ਮੂੰਹ ਕੀਤਾ ਤਾਂ ਬੇਵਸੀ ਦਾ ਆਲਮ ਕੁਝ ਇਸ ਤਰ੍ਹਾਂ ਸੀ, ਫੌਜਾਂ ਕੌਣ ਦੇਸ਼ ਤੋਂ ਆਈਆਂ। ਇਹ ਅਸਲ ਵਿੱਚ ਸਥਾਪਤੀ ਦਾ ਚੱਕਰਵਿਊਹ ਸੀ। ਖੈਰ, ਪ੍ਰੋਗਰਾਮ ਦੀ ਸਮਾਪਤੀ ਉਹਨਾਂ ਦੀਆਂ ਕਵਿਤਾਵਾਂ ਨਾਲ ਕਰਦੇ ਹਾਂ। ਪਹਿਲੀ ਕਵਿਤਾ ਹੈ, ਵੇ ਮੈਂ ਭਰੀ ਸੁਗੰਧੀਆਂ ਪਾਉਣ। ਵੇ ਮੈਂ ਭਰੀ ਸੁਗੰਧੀਆਂ ਪਾਉਣ ਸੱਜਣ ਤੇਰੇ ਬੂਹੇ, ਵੇ ਤੂੰ ਇੱਕ ਵਾਰੀ ਤੱਕ ਲੈ ਕੌਣ ਸੱਜਣ ਤੇਰੇ ਬੂਹੇ। ਮੇਰੀ ਕੱਚੜੀ ਪਹਿਲ ਬਰੇਸ ਸੰਗ ਤੇਰਾ ਚਾਹੇ, ਮੇਰੇ ਸੁਚੜੇ ਸੁਚੜੇ ਅੰਗ ਕੇਸ ਅਣਵਾਹੇ। ਹਿੱਕ ਤੁਖੇ ਪਹਿਲੜੀ ਰੀਝ ਵੇਸ ਮੇਰੇ ਸੂਹੇ। ਮੇਰੀ ਸੁਪਨੇ ਵਰਗੀ ਜਿੰਦ ਆਸ ਜਿਹੀ ਸੋਹਣੀ, ਵੇ ਮੈਂ ਉਹ ਸਰ ਆਈ ਨਾਉ ਜਿਹਦਾ ਹੋਣੀ। ਮੈਨੂੰ ਭਲਕੇ ਦੀ ਪ੍ਰਵਾਤ ਸੱਜਣ ਅੱਜ ਛੂਹੇ। ਮੈਂ ਖੜੀ ਸੱਜਣ ਤੇਰੇ ਦੁਆਰ ਝੋਲ ਤਕਦੀਰਾਂ, ਮੇਰੀ ਰੁੱਸ ਨਾ ਜਾਏ ਸੁਗੰਧ ਉਡੀਕ ਅਖੀਰਾਂ। ਕਹੀ ਤੱਤੜੀ ਤੱਤੜੀ ਵਾਹ ਮੇਰਾ ਤਨ ਲੂਹੇ, ਵੇ ਮੈਂ ਭਰੀ ਸੁਗੰਧੀਆਂ ਪਾਉਣ ਸੱਜਣ ਤੇਰੇ ਬੂਹੇ, ਵੇ ਤੂੰ ਇੱਕ ਵਾਰੀ ਤੱਕ ਲੈ ਕੌਣ ਸੱਜਣ ਤੇਰੇ ਬੂਹੇ। ਦੂਜੀ ਕਵਿਤਾ ਹੈ, ਮੇਰੇ ਗੀਤ ਨੂੰ ਕਹਿਣਾ। ਮੈਂ ਜਾ ਤੁਰਾਂ ਮੇਰੇ ਗੀਤ ਨੂੰ ਕਹਿਣਾ, ਹੌਲੀ ਹੌਲੀ ਗਾਏ। 4 ਕਦਮ ਮੇਰੇ ਨਾਲ ਤੁਰੇ ਤੇ ਫਿਰ ਭਾਵੇਂ ਮੁੜ ਜਾਏ। ਸਾਰੀ ਉਮਰ ਉਸ ਸਾਥ ਨਿਭਾਇਆ ਓੜ ਕਵਾਰ ਨਿਭਾਏ। ਲੋਕ ਕਹੇ ਉਹ ਗੀਤਾਂ ਵਾਲਾ ਤੁਰਿਆ ਤੁਰ ਦਰਗਾਏ। ਸੌਲੀ ਗਲ ਤੇ ਗੋਰਾ ਹੰਝੂ ਤੁਰਦਾ ਤਾਂ ਰੁਕ ਜਾਏ। ਪੀੜ ਦੇ ਪਿੰਡੇ ਛਿਲਤਰ ਵਿਲਕੇ ਆਖੋ ਨਾ ਕੁਰਲਾਏ। ਮੈਂ ਅੱਜ ਦਰਦ ਵਿਹੂਣਾ ਹੋਇਆ ਦੁਨੀਆ ਕਿਉਂ ਦੁੱਖ ਪਾਏ। ਮੈਂ ਜਾਂ ਤੁਰਾਂ ਮੇਰੇ ਗੀਤ ਨੂੰ ਕਹਿਣਾ, ਹੌਲੀ ਹੌਲੀ ਗਾਏ। ਤੀਜੀ ਕਵਿਤਾ ਹੈ, ਚੱਲ ਬੁੱਲਿਆ।
ਚੱਲ ਬੁੱਲਿਆ ਚੱਲ ਗਲ ਕਟੀਆਂ ਸੰਗ ਰਹੀਏ, ਕਿਸੇ ਦੀ ਕਰਨੀ ਅਸੀਂ ਹੀ ਭਰਨੀ, ਇਹ ਅਣਹੋਣੀ ਸਹੀਏ। ਇੱਕ ਨਾ ਹਰ ਕੇ ਬੰਦੇ ਕੋਹੇ, ਇੱਕ ਨਾ ਹਰ ਕੇ ਮੰਦਰ, ਦੋਹਾਂ ਦੇ ਵਿੱਚ ਕੋਈ ਨਾ ਐਸਾ ਜਿਸ ਨੂੰ ਆਪਣਾ ਕਹੀਏ। ਸੀਸ ਕੱਟਣ ਤੋਂ ਡਰਦੇ ਬੁੱਲਿਆ ਜੀਭ ਕਟਾ ਕੇ ਜੀਵੇ, ਆਪਣੇ ਸਿਰ ਤੋਂ ਜੀਭ ਤੱਕ ਦੇ ਕਦੇ ਨਾ ਰਸਤੇ ਪਈਏ। ਭੀੜਾਂ ਵਿੱਚ ਖਾਮੋਸ਼ੀ ਵੇਖੀ ਤੇ ਭੀੜਾਂ ਦਾ ਰੌਲਾ, ਨਿਰੇ ਮਨੁੱਖ ਦੇ ਬੋਲ ਸੁਣਨ ਲਈ ਕਿਸ ਗੋਸ਼ੇ ਜਾ ਬਈਏ। ਨਾ ਬੁੱਲਿਆ ਅਸੀਂ ਪਿੰਡਰਾਂ ਵਾਲੇ, ਨਾ ਅਸੀਂ ਇੰਦਰਾਂ ਵਾਲੇ, ਦੋ ਤੇਗਾਂ 'ਚੋਂ ਆਪਣੇ ਸਿਰ ਲਈ ਕਿਹੜੀ ਤੇਗ ਚੁਣ ਲਈਏ। ਇਸ ਦੇ ਨਾਲ ਹੀ ਵੇਲੇ ਦੀ ਗੱਲ ਸਮਾਪਤ ਹੁੰਦੀ ਹੈ। ਕੱਲ੍ਹ ਨੂੰ ਕਿਸੇ ਹੋਰ ਸਬਜੈਕਟ ਨੂੰ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।